ਹੈਲੋ ਮਾਈ YouTube ਫੈਮਿਲੀ, ਤੁਹਾਡਾ ਮਾਸਟਰ ਕੇਡਰ ਸਾਇੰਸ ਵਿਦ ਪੂਨਮ ਕਲਾਸਿਸ ਵਿੱਚ ਸਵਾਗਤ ਹੈ। ਇਹ ਕੋਰਸ ਲੈਕਚਰ ਕੇਡਰ ਅਤੇ ਮਾਸਟਰ ਕੇਡਰ ਦੋਵਾਂ ਪੇਪਰਸ ਦੀ ਪ੍ਰੈਪਰੇਸ਼ਨ ਕਰਨ ਵਾਲਿਆਂ ਵਾਸਤੇ ਹੈ। ਕੱਲ ਅਸੀਂ ਬੇਸਿਸ ਆਫ ਕਲਾਸੀਫਿਕੇਸ਼ਨ ਪਾਰਟ 1 ਸਟੱਡੀ ਕੀਤਾ ਸੀ, ਜਿਸ ਵਿੱਚ ਅਸੀਂ ਲੈਵਲ ਆਫ ਬੋਡੀ ਆਰਗੇਨਾਈਜੇਸ਼ਨ, ਸਿਮੈਟਰੀ ਅਤੇ ਜਰਮੀਨਲ ਲੇਅਰਸ ਪੜ੍ਹੇ ਸਨ। ਜਿਨ੍ਹਾਂ ਨੇ ਪੁਰਾਣੀ ਵੀਡੀਓ ਨਹੀਂ ਦੇਖੀ ਉਹ ਚੈਨਲ ਤੇ ਜਾ ਕੇ ਦੇਖ ਸਕਦੇ ਨੇ, ਤਾਂ ਜੋ ਕਿ ਉਹ ਅੱਜ ਵਾਲੇ ਟੌਪਿਕ ਦੇ ਨਾਲ ਕਨੈਕਟ ਹੋ ਸਕਣ। ਅੱਜ ਆਪਾਂ ਬੋਡੀ ਕੈਵਿਟੀ ਪੜ੍ਹਾਂਗੇ, ਬੋਡੀ ਪਲਾਨ, ਸੈਗਮੈਂਟੇਸ਼ਨ, ਨੋਟੋਕॉर्ड, ਸਰਕੂਲੇਟਰੀ ਸਿਸਟਮ, ਲਾਰਵਲ ਸਟੇਜ ਐਂਡ ਐਮਬ੍ਰਿਓਨਿਕ ਡਿਵੈਲਪਮੈਂਟ ਸਟੱਡੀ ਕਰਾਂਗੇ। ਚੱਲਦੇ ਹਾਂ ਜੀ ਅੱਜ ਵਾਲੇ ਟੌਪਿਕ ਦੇ ਵੱਲ। ਬੋਡੀ ਕੈਵਿਟੀ ਔਰ ਸੀਲੋਮ। Presence or absence of body cavity between the body wall or gut wall is very important in classification. Body cavity necessarily refer to the cavity between alimentary canal and a body wall. Alimentary canal ਅਤੇ body wall ਦੇ ਵਿਚਕਾਰ ਜੋ cavity ਹੁੰਦੀ ਹੈ ਉਸ ਨੂੰ body cavity ਬੋਲ ਦਿੰਦੇ ਨੇ। Body cavity which is lined by mesoderm on both the side is called coelom. ਇਹ body cavity mesoderms ਦੇ ਨਾਲ lined ਹੁੰਦੀ ਹੈ ਅਤੇ ਇਸ ਨੂੰ coelom ਵੀ ਕਿਹਾ ਜਾਂਦਾ ਹੈ। True coelom ਕੀ ਹੈ? True coelom would be the one which is present between alimentary canal and body wall. True coelom ਉਹ ਹੈ ਜੋ ਕਿ ਐਲੀਮੈਂਟਰੀ ਕੈਨਾਲ ਅਤੇ ਬੋਡੀ ਵਾਲ ਦੇ ਵਿਚਕਾਰ ਪ੍ਰੈਜ਼ੈਂਟ ਹੁੰਦਾ ਹੈ ਔਰ ਇਹ ਮੀਜ਼ੋਡਰਮ ਦੇ ਦੁਆਰਾ ਸਰਾਊਂਡਡ ਹੁੰਦਾ ਹੈ ਔਨ ਬੋਥ ਦੀ ਸਾਈਡ ਟੂਵਰਡ ਦਾ ਬੋਡੀ ਵਾਲ ਐਂਡ ਟੂਵਰਡ ਦਾ ਐਲੀਮੈਂਟਰੀ ਕੈਨਾਲ। ਟਰੂ ਸੀਲੋਮ ਜਿਸ ਵਿੱਚ ਐਬਸੈਂਟ ਹੁੰਦਾ ਹੈ ਉਹ ਐਗਜ਼ਾਮਪਲ ਹੈ ਪਲੈਨੇਰੀਆ। ਪਲੈਨੇਰੀਆ ਜੋ ਪਲੈਟੀਹੈਲਮਿੰਥਸ ਦੀ ਐਗਜ਼ਾਮਪਲ ਹੈ। ਇਹਨਾਂ ਨੂੰ ਅਸੀਲੋਮੇਟਸ ਵੀ ਕਹਿ ਦਿੰਦੇ ਨੇ। ਅਸੀਲੋਮੇਟਸ ਉਹ ਐਨੀਮਲਸ ਹੁੰਦੇ ਨੇ ਜਿਨ੍ਹਾਂ ਵਿੱਚ ਬੋਡੀ ਕੈਵਿਟੀ ਐਬਸੈਂਟ ਹੁੰਦੀ ਹੈ। ਇਸ ਵਿੱਚ ਬੋਡੀ ਕਵਰਿੰਗ ਜੋ ਡਿਵੈਲਪ ਕਰਦੀ ਹੈ ਐਕਟੋਡਰਮਸ ਤੋਂ, ਡਾਈਜੈਸਟਿਵ ਟਰੈਕਟਸ ਜੋ ਡਿਵੈਲਪ ਕਰਦਾ ਹੈ ਐਂਡੋਡਰਮ ਤੋਂ ਪ੍ਰੈਜ਼ੈਂਟ ਹੁੰਦੇ ਹਨ ਅਤੇ ਦੋਨਾਂ ਦੇ ਵਿਚਕਾਰ ਟਿਸ਼ੂ ਫਿਲਡ ਰੀਜਨ ਹੁੰਦਾ ਹੈ ਜਿਸ ਨੂੰ ਕਿ ਮੀਜ਼ੋਡਰਮ ਕਹਿੰਦੇ ਨੇ। ਬੋਡੀ ਕੈਵਿਟੀ ਕੰਪਲੀਟ ਐਬਸੈਂਟ ਹੁੰਦੀ ਹੈ। ਇਹਨੂੰ ਆਪਾਂ ਹੋਰ ਚੰਗੀ ਤਰ੍ਹਾਂ ਅੱਗੇ ਲੈਕਚਰ ਦੇ ਵਿੱਚ ਪੜ੍ਹਾਂਗੇ। ਇਸੇ ਤਰ੍ਹਾਂ ਹੀ ਫਾਲਸ ਸੀਲੋਮ ਦੀ ਐਗਜ਼ਾਮਪਲ ਸਕੈਰਿਸ ਹੈ ਜਿਸ ਨੂੰ ਕਿ ਰਾਊਂਡ ਵਰਮ ਕਹਿ ਦਿੰਦੇ ਨੇ। ਰਾਊਂਡ ਵਰਮਸ ਨਿਮੈਥੈਲਮਿਨਸ ਐਂਡ ਐਸਕੈਲਮਿਨਸ ਆ ਜਾਂਦੇ ਨੇ ਇਸ ਵਿੱਚ। ਟਰੂ ਸੀਲੋਮ ਦੀ ਐਗਜ਼ਾਮਪਲ ਆ ਜਾਂਦੀ ਹੈ ਅਰਥਵਰਮ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ, ਇਸ ਨੂੰ ਤੁਸੀਂ ਨੋਟ ਕਰ ਲੈਣਾ ਕਿ ਟਰੂ ਸੀਲੋਮ ਦੀ ਐਗਜ਼ਾਮਪਲ ਫੈਰੀਟੀਮਾ ਹੈ, ਅਰਥਵਰਮ। ਸੂਡੋਸੀਲੋਮੇਟਸ ਕਿਹੜੇ ਹੁੰਦੇ ਨੇ ਜੀ? ਸੂਡੋਸੀਲੋਮ ਕੀ ਹੁੰਦਾ ਹੈ ਕਿ ਜੋ ਬੋਡੀ ਕੈਵਿਟੀ ਹੁੰਦੀ ਹੈ ਉਹ ਨਾਟ ਲਾਈਨਡ ਬਾਈ ਮੀਜ਼ੋਡਰਮ। ਬੋਡੀ ਕੈਵਿਟੀ ਮੀਜ਼ੋਡਰਮ ਦੇ ਦੁਆਰਾ ਲਾਈਨਡ ਨਹੀਂ ਹੁੰਦੀ। ਮੀਜ਼ੋਡਰਮ ਪ੍ਰੈਜ਼ੈਂਟ ਜ਼ਰੂਰ ਹੁੰਦਾ ਪਰ ਉਹ ਸਕੈਟਰਡ ਪੈਚਿਸ ਦੇ ਵਿੱਚ, ਪੌਚਿਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਜਿਵੇਂ ਕਿ ਤੁਸੀਂ ਦੇਖ ਰਹੇ ਆ ਕਿ ਇਹ ਵਾਲੇ ਪੈਚਿਸ ਵਿੱਚ ਪ੍ਰੈਜ਼ੈਂਟ ਨੇ ਪੌਚ ਲਾਈਕ ਸਟਰਕਚਰਸ ਮੀਜ਼ੋਡਰਮ ਦੇ। ਇਹ ਤਰ੍ਹਾਂ ਦੀ ਬੋਡੀ ਕੈਵਿਟੀ ਨੂੰ ਸੂਡੋਸੀਲੋਮ ਬੋਲ ਦਿੰਦੇ ਆ। ਇਸ ਤਰ੍ਹਾਂ ਦੀ ਜੋ ਬੋਡੀ ਕੈਵਿਟੀ ਹੁੰਦੀ ਹੈ ਉਸ ਨੂੰ ਸੂਡੋਸੀਲੋਮ ਬੋਲ ਦਿੰਦੇ ਹਨ। ਜਿਨ੍ਹਾਂ ਦੇ ਵਿੱਚ ਸੂਡੋਸੀਲੋਮ ਪ੍ਰੈਜ਼ੈਂਟ ਹੁੰਦਾ ਹੈ ਉਹਨਾਂ ਨੂੰ ਸੂਡੋਸੀਲੋਮੇਟਸ ਕਹਿ ਦਿੰਦੇ ਆ। ਸੀਲੋਮੇਟਸ ਕਿਹੜੇ ਹੁੰਦੇ ਨੇ? ਸੀਲੋਮੇਟਸ ਉਹ ਐਨੀਮਲਸ ਹੁੰਦੇ ਨੇ ਦੋਜ਼ ਪੋਜ਼ੈਸਿੰਗ ਸੀਲੋਮ ਜਿਨ੍ਹਾਂ ਦੇ ਵਿੱਚ ਸੀਲੋਮ ਪ੍ਰੈਜ਼ੈਂਟ ਹੁੰਦਾ ਹੈ। ਬੋਡੀ ਕੈਵਿਟੀ ਵਿਚ ਇਜ਼ ਲਾਈਨਡ ਬਾਈ ਮੀਜ਼ੋਡਰਮ ਔਨ ਬੋਥ ਦੀ ਸਾਈਡ, ਜਿਸ ਵਿੱਚ ਬੋਡੀ ਕੈਵਿਟੀ ਦੋਨੇ ਸਾਈਡ ਮੀਜ਼ੋਡਰਮ ਦੇ ਦੁਆਰਾ ਲਾਈਨਡ ਹੁੰਦੀ ਹੈ। ਜਿਵੇਂ ਕਿ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਊਟਰ ਮੋਸਟ ਐਕਟੋਡਰਮ ਤੋਂ ਬਣੀ ਹੈ ਬੋਡੀ ਵਾਲ। ਬੋਡੀ ਵਾਲ ਦੇ ਅੰਦਰ ਦਿਸ ਵਨ ਇਜ਼ ਦਾ ਬੋਡੀ ਵਾਲ, ਆਊਟਰ ਮੋਸਟ ਇਜ਼ ਦਾ ਬੋਡੀ ਵਾਲ ਜੋ ਕਿ ਐਕਟੋਡਰਮ ਤੋਂ ਬਣੀ ਹੈ। ਅੰਦਰ ਤੁਸੀਂ ਦੇਖ ਰਹੇ ਹੋ ਕਿ ਮੀਜ਼ੋਡਰਮ ਹੈ, ਇਹ ਬਾਹਰ ਵੱਲ ਅਤੇ ਅੰਦਰ ਵੱਲ ਗੱਟ, ਅੰਦਰਲੀ ਸਾਈਡ ਗੱਟ ਪ੍ਰੈਜ਼ੈਂਟ ਹੈ, ਗੱਟ ਦੇ ਬਾਹਰ ਵੱਲ ਨੂੰ ਔਰ ਬੋਡੀ ਕੈਵਿਟੀ ਦੇ ਅੰਦਰ ਵੱਲ ਨੂੰ ਮੀਜ਼ੋਡਰਮ ਪ੍ਰੈਜ਼ੈਂਟ ਹੈ। ਮਤਲਬ ਕਿ ਮੀਜ਼ੋਡਰਮਸ ਦੀ ਲੇਅਰਸ ਪ੍ਰੈਜ਼ੈਂਟ ਹੈ ਅਤੇ ਮੀਜ਼ੋਡਰਮਸ ਦੀਆਂ 2 ਲੇਅਰਸ ਦੇ ਵਿਚਕਾਰ ਸੀਲੋਮ ਪ੍ਰੈਜ਼ੈਂਟ ਹੈ ਜਿਸ ਨੂੰ ਕਿ ਟਰੂ ਸੀਲੋਮ ਕਿਹਾ ਜਾਂਦਾ ਹੈ। ਇਹ ਟਰੂ ਸੀਲੋਮੇਟਸ ਆ ਜਾਂਦੇ ਨੇ ਜਿਸ ਵਿੱਚ ਟਰੂ ਸੀਲੋਮੇਟਸ ਦੀ ਐਗਜ਼ਾਮਪਲ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕਰ ਚੁੱਕੀ ਹਾਂ ਕਿ ਟਰੂ ਸੀਲੋਮੇਟਸ ਦੇ ਵਿੱਚ ਅਰਥਵਰਮ ਆ ਜਾਂਦੇ ਨੇ। ਔਰ ਹੋਰ ਐਗਜ਼ਾਮਪਲ ਅਰਥਵਰਮ ਐਨੀਲਿਡਸ, ਫਾਈਲਮ ਐਨੀਲਿਡਸ ਦੇ ਨਾਲ ਬਿਲੋਂਗ ਕਰਦਾ ਹੈ ਅਤੇ ਹੋਰ ਸਾਡੇ ਕੋਲ ਫਾਈਲਮ ਮੁਲਸਕਾ, ਆਰਥਰੋਪੋਡਸ, ਇਕਾਈਨੋਡਰਮਸ, ਹੈਮੀਕੌਡੇਟਸ ਔਰ ਕੌਡੇਟਸ ਇਹ ਸੀਲੋਮੇਟਸ ਦੀ ਐਗਜ਼ਾਮਪਲ ਹੈ। On basis of embryonic development, coelom is 2 type. Embryonic development ਦੇ ਬੇਸਿਸ ਤੇ ਦੇਖੀਏ ਤਾਂ coelom 2 ਤਰ੍ਹਾਂ ਦਾ ਹੈ, ਸ਼ਾਈਜ਼ੋਸੀਲ ਔਰ ਐਂਟੈਰੋਸੀਲ। ਹੁਣ ਸ਼ਾਈਜ਼ੋਸੀਲਸ ਔਰ ਐਂਟੈਰੋਸੀਲਸ ਨੂੰ ਆਪਾਂ ਕਿਵੇਂ ਡਿਫਰੈਂਸ਼ੀਏਟ ਕਰਾਂਗੇ? ਵੈਸੇ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ, ਦੋਨੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਐਟ ਦੀ ਐਂਡ, ਬਟ ਇਹਨਾਂ ਦੇ ਵਿੱਚ ਡਿਫਰੈਂਸ ਸਿਰਫ ਕਿੱਥੇ ਮੌਜੂਦ ਹੁੰਦਾ ਹੈ? ਇਹਨਾਂ ਦੇ ਵਿੱਚ ਡਿਫਰੈਂਸ ਸਿਰਫ ਡਿਵੈਲਪਮੈਂਟਲ ਸਟੇਜਿਸ ਦੇ ਦੌਰਾਨ ਦੇਖਣ ਨੂੰ ਮਿਲਦਾ ਹੈ। ਸ਼ਾਈਜ਼ੋਸੀਲ ਕੀ ਹੈ? coelom formed by splitting of mesodermal mass। ਦੇਖੋ ਜੀ ਜਿਵੇਂ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ ਤੁਹਾਨੂੰ, ਇੱਥੇ ਮੀਜ਼ੋਡਰਮਲ ਮਾਸ ਦੀ ਡਿਵੈਲਪਮੈਂਟ ਹੋ ਰਹੀ ਹੈ। ਮੀਜ਼ੋਡਰਮਲ ਮਾਸ ਜੋ ਹੁੰਦਾ ਹੈ, ਮੀਜ਼ੋਡਰਮਲ ਮਾਸ ਫਿਰ ਸਪਲਿਟ ਕਰ ਜਾਂਦਾ ਹੈ, ਸਪਲਿਟ ਕਰਕੇ ਇੱਕ ਕੈਵਿਟੀ ਫਾਰਮੇਸ਼ਨ ਕਰ ਦਿੰਦਾ ਹੈ, ਸੀਲੋਮਿਕ ਕੈਵਿਟੀ ਵਿਚਕਾਰ ਡਿਵੈਲਪ ਹੋ ਜਾਂਦੀ ਹੈ ਮੀਜ਼ੋਡਰਮ ਦੇ। ਇਸ ਨੂੰ ਸ਼ਾਈਜ਼ੋਸੀਲ ਕਹਿ ਦਿੰਦੇ ਨੇ ਔਰ ਇਸ ਤਰ੍ਹਾਂ ਇਸ ਦੀ ਡਿਵੈਲਪਮੈਂਟ ਹੁੰਦੀ ਹੈ। ਔਰ ਇੰਟੈਰੋਸੀਲ ਦੇ ਵਿੱਚ ਕੀ ਡਿਫਰੈਂਸ ਹੈ? ਇੰਟੈਰੋਸੀਲ ਸੀਲੋਮ ਇਜ਼ ਫਾਰਮਡ ਬਾय द फ्यूजन ऑफ गट pouches
ड्यूरिंग द एम्ब्रियोनिक डिवेलपमेंट स्टेज। इस ਵਿੱਚ देखो कि आउटरमोस्ट वाली जो है आउटरमोस्ट वाली एक्टोडर्म है ਅਤੇ दिस वन इज़ द एंडोडर्म। दिस वन इज़ द एंडोडर्म एंड ए वाली मीजोडर्म है। ਹੁਣ ਇਸ ਦਾ ओरिजिन जो है ਉਹ एंडोडर्म्स ਤੋਂ ਹੁੰਦਾ है। एंडोडर्म ਅਤੇ मीजोडर्म ਦੋਨੇ ਹੀ ਆਪਸ ਦੇ ਵਿੱਚ ਜੁਆਇੰਟਡ ਹੁੰਦੇ ਆ, ਇੱਕ ਪੌਚ ਲਾਈਕ ਸਟਰਕਚਰ ਫਾਰਮੇਸ਼ਨ ਕਰ ਦਿੰਦੇ ਨੇ। ਇਹ ਇੱਕ ਐਲੀਮੈਂਟਰੀ ਕੈਨਾਲ ਦੀ ਫਾਰਮੇਸ਼ਨ ਕਰਦੇ ਨੇ। ਫਿਰ ਇਹ ਪੌਚਿਸ ਜਿਹੜੇ ਹੁੰਦੇ ਨੇ ਇੰਬਰੀਓਨਿਕ ਡਿਵੈਲਪਮੈਂਟ ਦੇ ਦੌਰਾਨ ਇਹ ਪੌਚਿਸ ਫਿਊਜ਼ ਕਰ ਜਾਂਦੇ ਨੇ ਅਤੇ ਫਿਊਜ਼ ਕਰਕੇ ਇਹ ਇੱਕ ਮਤਲਬ ਸਿਲੋਮਿਕ ਕੈਵਿਟੀ ਦੀ ਫਾਰਮੇਸ਼ਨ ਕਰ ਲੈਂਦੇ ਨੇ। ਇਹਨਾਂ ਨੂੰ ਇੰਟੈਰੋਸੀਲ ਕਹਿ ਦਿੰਦੇ ਨੇ। ਦੇਖੋ ਇਹ ਵਾਲੇ ਡਾਇਗਰਾਮਸ ਦੇ ਵਿੱਚ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈ, ਬਿਲਕੁਲ ਸੇਮ ਡਾਇਗਰਾਮਸ ਨੇ। ਇਹ ਸਿਰਫ ਮੈਂ ਨਹੀਂ ਬਣਾਉਣ ਲੱਗੇ, ਇੱਥੇ ਡਿਫਰੈਂਸ ਕਰਤਾ। ਮਤਲਬ ਇਹ ਵਾਲੀ ਡਾਇਗਰਾਮ ਜੋ ਹੈ ਇਹ ਇੱਥੇ ਇਹ ਵਾਲੀ ਡਾਇਗਰਾਮ ਸੇਮ ਹੀ ਹੈ। डिफरेंस देख लो तुसी सैकेंड और फर्स्ट स्टेज ਦੇ ਵਿੱਚ ਤੁਹਾਨੂੰ एम्ब्रियोनिक डिवेलपमेंट स्टेजेस ਦੇ ਵਿੱਚ डिफरेंस ਦੇਖਣ ਨੂੰ ਮਿਲਦਾ ਹੈ। और शाइजोसील और इंटेरोसील ਦੇ ਵਿੱਚ सिर्फ ਇਹੀ डिफरेंस है कि उस ਵਿੱਚ एम्ब्रियोनल स्टेज ਦੇ ਦੌਰਾਨ ਗਟ ਪੌਚਿਸ ਫਿਊਜ਼ ਕਰਕੇ ਸਿਲੋਮ ਫਾਰਮੇਸ਼ਨ ਕਰਦੇ ਨੇ ਅਤੇ ਉਸ ਵਿੱਚ ਸਪਲਿਟਿੰਗ ਹੋ ਜਾਂਦੀ ਹੈ ਮੀਜ਼ੋਡਰਮਲ ਮਾਸਿਸ ਦੀ ਔਰ ਸਿਲੋਮ ਫਾਰਮ ਹੋ ਜਾਂਦਾ ਹੈ। शाइजोसील ਦੀਆਂ एग्जाम्पल्स की है। शाइजोसील सी एग्जाम्पल एनीलिड्स, आर्थ्रोपोड्स ਅਤੇ मोलस्का है। और इंटेरोसील सी एग्जाम्पल है इकाइनोडर्मा, हेमिकॉर्डेट्स एंड कॉर्डेटा। देखो जी तुसी ये याद रखना है शाइजोसील और इंटेरोसील्स का, और इन्हां ਦੀਆਂ एग्जाम्पल्स भी तुसी बिल्कुल याद रख लैणियां ने, नोट करके रख लैणियां ने। एक बार फिर मैं ਤੁਹਾਨੂੰ एक्सप्लेन कर दिंदी ਹਾਂ कि सिलोमेट्स ਕਿਹੜੇ ਹੁੰਦੇ ਨੇ। ਉਹ एनिमल्स जिन्हां ਦੇ ਵਿੱਚ लैक ਹੁੰਦੀ है सिलोम ਦੀ और लैक ਹੁੰਦੀ ਹੈ ਬੋਡੀ ਕੈਵਿਟੀ ਦੀ, ਜਿਨ੍ਹਾਂ ਵਿੱਚ ਕੋਈ ਬੋਡੀ ਕੈਵਿਟੀ ਪ੍ਰੈਜ਼ੈਂਟ ਨਹੀਂ ਹੁੰਦੀ ਹੈ, ਇੱਕ ਸੋਲਿਡ ਮਾਸ ਦੀ ਫਾਰਮ ਦੇ ਵਿੱਚ ਹੁੰਦੇ ਹਨ ਉਹ। ਜਿਵੇਂ ਫੋਰ ਐਗਜ਼ਾਮਪਲ ਪੋਰੀਫਿਰਸ ਦੇ ਵਿੱਚ ਕੋਈ ਬੋਡੀ ਕੈਵਿਟੀ ਦੇਖਣ ਨੂੰ ਨਹੀਂ ਮਿਲਦੀ, ਕੋਈ ਸਿਲੋਮ ਪ੍ਰੈਜ਼ੈਂਟ ਨਹੀਂ ਹੁੰਦਾ। ਪੋਰੀਫਿਰਸ ਤੋਂ ਪਲੈਟੀਹੈਲਮਿਨਸ ਤੱਕ ਆਪਣੇ ਕੋਲੇ ਅਸਿਲੋਮੇਟਸ ਆ ਜਾਂਦੇ ਨੇ। ਸੂਡੋਸਿਲੋਮੇਟਸ ਕਿਹੜੇ ਹੁੰਦੇ ਨੇ? ਉਹ ਐਨੀਮਲ ਜਿਨ੍ਹਾਂ ਦੇ ਵਿੱਚ ਲੈਕ ਹੁੰਦੀ ਹੈ ਟਰੂ ਸਿਲੋਮਸ ਦੀ ਔਰ ਬੋਡੀ ਕੈਵਿਟੀ ਦੀ, बट पोजेसिस अ फॉल्स सिलोम। देखने ਨੂੰ ਲੱਗਦਾ कि सिलोमिक कैविटी प्रेजेंट है, बट सिलोमिक कैविटी प्रेजेंट नहीं ਹੁੰਦੀ, ट्रू सिलोमिक कैविटी प्रेजेंट नहीं ਹੁੰਦੀ ਹੈ। ਉਹ ਹੁੰਦੇ ਹਨ सूडोसिलोमेट्स। सूडोसिलोमेट ਦੀ एग्जांपल है एस्केलमेंट्स। और सिलोमेट्स ਦੇ ਵਿੱਚ सिलोमेट्स ਉਹ ਐਨੀਮਲਸ ਹੁੰਦੇ ਨੇ ਜਿਨ੍ਹਾਂ ਵਿੱਚ ਟਰੂ ਸਿਲੋਮ ਔਰ ਬੋਡੀ ਕੈਵਿਟੀ ਪ੍ਰੈਜ਼ੈਂਟ ਹੁੰਦੀ ਹੈ। ਫਾਈਲਮ ਐਨੀਲਿਡਾ ਤੋਂ ਲੈ ਕੇ ਕੌਰਡੇਟਾ ਦੇ ਵਿੱਚ ਟਰੂ ਸਿਲੋਮ ਪ੍ਰੈਜ਼ੈਂਟ ਹੁੰਦਾ ਹੈ। ਹੁਣ ਆਪਾਂ ਪੜ੍ਹਿਆ ਸੀ ਕਿ ਸਿਲੋਮੇਟਸ ਨੂੰ ਕਿਹਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ? ਸ਼ਾਈਜ਼ੋਸਿਲੋਮੇਟਸ ਔਰ ਇੰਟੈਰੋਸਿਲੋਮੇਟਸ। ਸ਼ਾਈਜ਼ੋਸਿਲੋਮੇਟਸ ਕਿਹੜੇ ਹੁੰਦੇ ਨੇ? ਇਫ ਬੋਡੀ ਕੈਵਿਟੀ ਇਜ਼ ਫਾਰਮਡ ਬਾਈ ਸਪਲਿਟਿੰਗ ਆਫ ਮੀਜ਼ੋਡਰਮਲ ਮਾਸ। ਅਗਰ ਮੀਜ਼ੋਡਰਮਲ ਮਾਸ ਸਪਲਿਟ ਹੋ ਜਾਵੇ, ਸਪਲਿਟ ਹੋ ਕੇ ਅਗਰ ਕੈਵਿਟੀ ਫਾਰਮ ਹੋ ਜਾਂਦੀ ਹੈ ਤਾਂ ਉਸਨੂੰ ਸ਼ਾਈਜ਼ੋਸਿਲੋਮੇਟਸ ਕਹਿ ਦਿੰਦੇ ਆ, ਜਿਨ੍ਹਾਂ ਦੇ ਵਿੱਚ ਮੀਜ਼ੋਡਰਮਲ ਮਾਸ ਸਪਲਿਟ ਕਰਦਾ ਹੈ। ਮੀਜ਼ੋਡਰਮਲ ਮਾਸ ਜੋ ਹੁੰਦਾ ਹੈ ਉਹ ਟੁੱਟ ਜਾਂਦਾ ਹੈ, ਮਤਲਬ ਉਹ ਇਸ ਤਰ੍ਹਾਂ ਟੁੱਟਦਾ ਹੈ ਕਿ ਵਿਚਕਾਰ ਉਸਦੇ ਕੈਵਿਟੀ ਫਾਰਮੇਸ਼ਨ ਹੋ ਜਾਂਦੀ ਹੈ। ਇਸ ਤਰ੍ਹਾਂ ਸਪਲਿਟ ਕਰਦਾ ਹੈ ਵਿਚਕਾਰੋਂ ਕਿ ਵਿਚਕਾਰ ਇੱਕ ਕੈਵਿਟੀ ਬਣ ਜਾਂਦੀ ਹੈ। ਇਹ ਫਾਈਲਮ ਐਨੀਲਿਡਾ, ਆਰਥ੍ਰੋਪੋਡਾ ਤੇ ਮੋਲਸਕਾ ਇਸ ਦੀਆਂ ਐਗਜ਼ਾਮਪਲ ਹੈ। ਇੰਟੈਰੋਸਿਲੋਮੇਟਸ ਕਿਹੜੇ ਹੁੰਦੇ ਨੇ? ਬੋਡੀ ਕੈਵਿਟੀ ਇਜ਼ ਫਾਰਮਡ ਬਾय द ਇੰਟੈਰੋਸੈਲਿਕ ਪੌਚਿਸ ਪਿੰਚਡ ਆਫ। ਜੋ ਇੰਟੈਰੋਸਿਲਿਕ ਪੌਚਿਸ ਹੁੰਦੇ ਨੇ, ਇੰਟੈਰੋਸਿਲਿਕ ਮਤਲਬ ਕਿ ਜੋ ਗਟ ਪੌਚਿਸ ਹੁੰਦੇ ਨੇ ਉਹ ਪਿੰਚ ਆਫ ਹੋ ਜਾਂਦੇ ਨੇ, ਯਾਨੀ ਕਿ ਪਿੰਚ ਆਫ ਟੂ ਫਾਰਮ ਅ ਗਟ ਵਾਲ। ਉਹ ਇੱਕ ਗਟ ਵਾਲ ਫਾਰਮੇਸ਼ਨ ਕਰ ਲੈਂਦੇ ਨੇ, ਉਹਨਾਂ ਨੂੰ ਇੰਟੈਰੋਸਿਲੋਮੇਟਸ ਕਹਿੰਦੇ ਨੇ। ਇੱਕ ਪਾਸੇ ਦਾ ਗਟ ਵਾਲ ਫਾਰਮੇਸ਼ਨ ਹੋ ਜਾਂਦੀ ਹੈ, ਇੱਕ ਪਾਸੇ ਕੈਵਿਟੀ ਬਣ ਜਾਂਦੀ ਹੈ, ਤਾਂ ਇਹ ਜਿਹੜੇ ਹੁੰਦੇ ਨੇ ਇੰਟੈਰੋਸਿਲੋਮੇਟਸ ਆ ਜਾਂਦੇ ਨੇ। ਇਹਨਾਂ ਦੇ ਵਿੱਚ ਐਗਜ਼ਾਮਪਲ ਆਪਣੇ ਕੋਲੇ ਫਾਈਲਮ ਇਕਾਈਨੋਡਰਮੇਟਾ, ਹੈਮੀਕੌਰਡੇਟਾ ਔਰ ਕੌਰਡੇਟਾ ਐਗਜ਼ਾਮਪਲ ਆ ਜਾਂਦੀ ਹੈ। ਦੇਖੋ ਜੀ ਮੇਨ ਫੰਕਸ਼ਨ ਕੀ ਹੈ ਸਿਲੋਮ ਦਾ? ਸਿਲੋਮ ਦਾ ਮੇਨ ਫੰਕਸ਼ਨ ਇਹੀ ਹੈ ਕਿ ਇਹ ਪ੍ਰੋਵਾਈਡ ਕਰਦੇ ਨੇ ਸਪੋਰਟ ਐਂਡ ਸਪੇਸ ਟੂ ਵਿਸਰਲ ਔਰਗਨਸ। ਔਰ ਸਿਲੋਮ ਜੋ ਹੁੰਦਾ ਹੈ ਕਵਰ ਹੁੰਦਾ ਹੈ ਮੀਜ਼ੋਡਰਮਲ ਲੇਅਰਸ ਦੇ ਦੁਆਰਾ। ਇਹ ਆਪਾਂ ਪੜ੍ਹ ਚੁੱਕੇ ਹਾਂ। ਔਰ ਮੀਜ਼ੋਡਰਮਲ ਲੇਅਰ ਆਪਾਂ ਨੂੰ ਪਤਾ ਹੈ ਕਿ ਆਊਟਰ ਔਰ ਇਨਰ ਹੁੰਦੀ ਹੈ, ਪੈਰਾਈਟਲ ਔਰ ਵਿਸਰਲ। ਇਹ ਤੁਸੀਂ ਯਾਦ ਰੱਖ ਲੈਣਾ। ਔਰ ਮੇਨਲੀ ਇਹਦਾ ਓਰੀਜਨ ਕਿੱਥੋਂ ਹੁੰਦਾ? ਮੀਜ਼ੋਡਰਮਲ। ਗਟ ਵਾਲ ਦਾ ਵੀ ਓਰੀਜਨ ਜੇ ਆਪਾਂ ਨੂੰ ਗਟ ਔਰਗਨਸ ਬਾਰੇ ਪੁੱਛ ਲਿਆ ਜਾਵੇ, ਡਾਈਜੈਸਟਿਵ ਮਤਲਬ ਸਿਸਟਮ ਦੇ ਔਰਗਨਸ ਜੋ ਹੁੰਦੇ ਨੇ, ਜਿਵੇਂ ਇੰਟੈਸਟਾਈਨ ਹੋ ਗਈ, ਸਟਮਕ ਹੋ ਗਿਆ, ਇਹਨਾਂ ਦਾ ਜਿਹੜਾ ਓਰੀਜਨ ਹੁੰਦਾ ਦੈਟ ਇਜ਼ ਮੀਜ਼ੋਡਰਮਲ ਇਨ ਓਰੀਜਨ। ਹੁਣ ਸੂਡੋਸਿਲੋਮ ਇਜ਼ ਡਿਵੈਲਪ ਫਰੋਮ ਅ ਬਲਾਸਟੋਸੀਲ। ਸੂਡੋਸਿਲੋਮ ਬਲਾਸਟੋਸੀਲ ਤੋਂ ਡਿਵੈਲਪ ਹੁੰਦਾ। ਇਹ ਮੈਂ ਤੁਹਾਨੂੰ ਆਉਣ ਵਾਲੀ ਅੱਗੇ ਇਹੀ ਲੈਕਚਰ ਦੇ ਵਿੱਚ ਅੱਗੇ ਦੱਸੂਗੀ। ਫਸਟ ਟਰੂ ਸਿਲੋਮੇਟਸ ਫਾਈਲਮਸ ਜੋ ਆ, ਜੋ ਪਹਿਲੇ ਟਰੂ ਸਿਲੋਮੇਟ ਸੀ ਉਹ ਐਨੀਲਿਡ ਸੀ, ਜੋ ਕਿ ਫਸਟ ਸ਼ਾਈਜ਼ੋਸਿਲੋਮ ਨੇ। ਔਰ ਫਸਟ ਇੰਟੈਰੋਸਿਲੋਮੇਟਸ ਕਿਹੜੇ ਨੇ? ਫਸਟ ਇੰਟੈਰੋਸਿਲੋਮੇਟਸ ਇਕਾਈਨੋਡਰਮੇਟਸ ਨੇ। फस्ट इंटेरोसिलोमेट्स इकाइनोडर्मेट्स ने और फस्ट ट्रू सिलोमेट्स किहड़े ने? एनीलिड्स ने। मीनस शाइजोसील सब तो पहला देखने को मिली एनीलिड्स दे विच और इंटेरोसील देखने को मिली सब तो पहला इकाइनोडर्मेटा दे विच। नैक्सट असीं बॉडी प्लान बारे स्टडी करांगे। बॉडी प्लान तीन तरह का हुंदा है। बॉडी प्लान
ਸੈੱਲ ਐਗਰੀਗੇਟ ਟਾਈਪ ਹੁੰਦਾ ਹੈ ਜਿਸ ਵਿੱਚ ਕਿ ਲੂਜ਼ ਸੈੱਲ ਐਗਰੀਗੇਸ਼ਨ ਹੁੰਦੀ ਹੈ, ਜਿਵੇਂ ਕਿ ਐਗਜ਼ਾਮਪਲ ਸਪੌਂਜੀਜ਼ ਆ ਜਾਂਦੀ ਹੈ। ਬਲਾਈਂਡ ਸੈਕ ਟਾਈਪ ਹੁੰਦੀ ਹੈ ਔਰ ਟਿਊਬ ਵਿਦਿਨ ਟਿਊਬ ਟਾਈਪ ਹੁੰਦੀ ਹੈ। ਸੈੱਲ ਐਗਰੀਗੇਟ ਦਾ ਤਾਂ ਆਪਾਂ ਪੜ੍ਹ ਹੀ ਚੁੱਕੇ ਹਾਂ ਹੁਣੇ ਕਿ ਲੂਜ਼ ਸੈੱਲ ਐਗਰੀਗੇਸ਼ਨ ਹੁੰਦੀ ਹੈ, ਐਗਜ਼ਾਮਪਲ ਇਸ ਵਿੱਚ ਸਪੌਂਜੀਜ਼ ਆ ਜਾਂਦੀ ਹੈ। ਬਲਾਈਂਡ ਸੈਕ ਟਾਈਪਸ ਦੇ ਵਿੱਚ ਐਨੀਮਲ ਇਨ ਵਿਚ ਡਾਈਜੈਸਟਿਵ ਸਿਸਟਮ ਇਜ਼ ਇਨਕੰਪਲੀਟ ਐਂਡ ਇਟ ਹੈਜ਼ ਓਨਲੀ ਵਨ ਸਿੰਗਲ ਓਪਨਿੰਗ ਟੂ ਆਊਟਸਾਈਡ ਆਫ ਦੀ ਬੋਡੀ ਦੈਟ ਇਜ਼ ਸਰਵ ਐਜ਼ ਬੋਥ ਮਾਊਥ ਐਂਡ ਐਨਸ। ਦੇਖੋ ਜੀ ਇਸ ਵਿੱਚ ਇੱਕੋ ਹੀ ਓਪਨਿੰਗ ਹੁੰਦੀ ਹੈ ਬਲਾਈਂਡ ਸੈਕ ਦੇ ਵਿੱਚ, ਉੱਥੋਂ ਹੀ ਉਹ ਮਤਲਬ ਡਾਈਜੈਸਟ ਉੱਥੋਂ ਹੀ ਉਹ ਫੂਡ ਨੂੰ ਲੈਂਦੇ ਨੇ ਅਤੇ ਉੱਥੋਂ ਹੀ ਉਹ ਫੂਡ ਨੂੰ ਮਤਲਬ ਰਿਮੂਵ ਕਰਦੇ ਨੇ ਬੋਡੀ ਤੋਂ। ਇਹਨਾਂ ਦੇ ਵਿੱਚ ਕੋਈ ਦੋ ਓਪਨਿੰਗ ਨਹੀਂ ਪ੍ਰੈਜ਼ੈਂਟ ਹੁੰਦੀਆਂ ਐਕਸਕ੍ਰੀਸ਼ਨਸ ਦੇ ਲਈ ਔਰ ਇੰਜੈਕਸ਼ਨਸ ਦੇ ਲਈ ਸਿਰਫ ਇੱਕੋ ਹੀ ਓਪਨਿੰਗ ਪ੍ਰੈਜ਼ੈਂਟ ਹੁੰਦੀ ਹੈ। ਐਗਜ਼ਾਮਪਲ ਹੈ ਸਿਲੀਅਨ ਟ੍ਰੇਟਸ ਔਰ ਟੀਨੋਫੋਰ ਔਰ ਪਲੈਟੀਹੈਲਮੈਂਟਸ। ਜੋ ਟਿਊਬ ਵਿਦਿਨ ਟਿਊਬ ਟਾਈਪ ਆਫ ਬੋਡੀ ਪਲਾਨ ਆ ਇਹ ਕਿਹਦੇ ਵਿੱਚ ਫਾਊਂਡ ਹੁੰਦਾ ਹੈ, ਇਹ ਵੀ ਐਨੀਮਲਸ ਦੇ ਵਿੱਚ ਹੀ ਮਿਲਦਾ ਵਾ ਔਰ ਕੰਪਲੀਟ ਡਾਈਜੈਸਟਿਵ ਟਰੈਕ ਇਸ ਵਿੱਚ ਸਾਨੂੰ ਦੇਖਣ ਨੂੰ ਮਿਲਦਾ। ਮੀਨਸ ਕਿ ਇਸ ਵਿੱਚ ਦੋ ਓਪਨਿੰਗਸ ਪ੍ਰੈਜ਼ੈਂਟ ਹੁੰਦੀਆਂ, ਮਾਊਥ ਦੇ ਇੱਕ ਓਪਨਿੰਗ ਮਾਊਥ ਹੁੰਦੀ ਹੈ ਅਤੇ ਇੱਕ ਓਪਨਿੰਗ ਐਨਸ ਹੁੰਦੀ ਆ ਅਤੇ ਇੱਕ ਓਪਨਿੰਗ ਦੇ ਦੁਆਰਾ ਇੰਜੈਕਸ਼ਨ ਹੁੰਦਾ ਅਤੇ ਦੂਸਰੀ ਓਪਨਿੰਗ ਦੇ ਦੁਆਰਾ ਐਕਸਕ੍ਰੀਸ਼ਨ ਹੁੰਦਾ ਹੈ। ਜਿਵੇਂ ਕਿ ਮੈਨੇ ਇਹ ਡਾਇਗਰਾਮ ਸ਼ੋ ਕੀਤੀ ਹੋਈ ਹੈ, ਅਗਰ ਡਾਈਜੈਸ਼ਨ ਇੱਕ ਸਾਈਡ ਤੋਂ ਹੋ ਰਿਹਾ, ਅਗਰ ਇੰਜੈਕਸ਼ਨ ਇੱਕ ਸਾਈਡ ਤੋਂ ਹੋ ਰਿਹਾ ਹੈ ਅਤੇ ਦੂਸਰੀ ਸਾਈਡ ਤੋਂ ਇਜੈਸ਼ਨ ਹੋ ਰਿਹਾ ਹੈ, ਯਾਨੀ ਕਿ ਐਕਸਕ੍ਰੀਟਰੀ ਮਟੀਰੀਅਲ ਆਊਟਸਾਈਡ ਰਿਮੂਵ ਹੋ ਰਿਹਾ ਹੈ, ਤਾਂ ਇਸ ਵਿੱਚ ਦੋ ਓਪਨਿੰਗ ਦੇਖਣ ਨੂੰ ਮਿਲਦੀ ਹੈ। ਦੋ ਓਪਨਿੰਗ ਕਿਸ ਵਿੱਚ ਦੇਖਣ ਨੂੰ ਮਿਲਦੀ ਹੈ, ਟਿਊਬ ਵਿਦਿਨ ਟਿਊਬ ਟਾਈਪਸ ਦੇ ਵਿੱਚ। ਔਰ ਦੇਖੋ ਵਿਚਕਾਰ ਤੁਹਾਨੂੰ ਇੱਕ ਟਿਊਬ ਲਾਈਕ ਸਟਰਕਚਰ ਮਿਲੂਗਾ ਅਤੇ ਉਹ ਟਿਊਬ ਦੇ ਬਾਹਰ ਵੀ ਇੱਕ ਤੁਹਾਨੂੰ ਟਿਊਬ ਦੇਖਣ ਨੂੰ ਮਿਲ ਰਹੀ ਹੈ, ਯਾਨੀ ਕਿ ਟਿਊਬ ਵਿਦਿਨ ਟਿਊਬ, ਯਾਨੀ ਕਿ ਟਿਊਬ ਦੇ ਅੰਦਰ ਤੁਹਾਨੂੰ ਇੱਕ ਟਿਊਬ ਦੇਖਣ ਨੂੰ ਮਿਲਦੀ ਹੈ ਇਸ ਵਿੱਚ। ਐਗਜ਼ਾਮਪਲ ਇਸ ਵਿੱਚ ਸਾਡੇ ਕੋਲ ਨੈਮੇਟੋਥੈਲਮਸ, ਐਨੀਲਿਡਸ, ਆਰਥਰੋਪੋਡ, ਮੋਲਸਕ, ਇਕਾਈਨੋਡਰਮੇਟਾ, ਹੈਮੀਕੌਰਡੇਟਾ ਅਤੇ ਕੌਰਡੇਟਾ। ਜਾਨੀ ਸਭ ਤੋਂ ਪਹਿਲਾਂ ਇਹ ਨੈਮੇਟੋਥੈਲਮਸ ਦੇ ਵਿੱਚ ਦੇਖਣ ਨੂੰ ਆਪਾਂ ਨੂੰ ਮਿਲਿਆ ਟਿਊਬ ਵਿਦਿਨ ਟਿਊਬ ਟਾਈਪ ਸਟਰਕਚਰਸ। ਹਾਂਜੀ, ਨੈਕਸਟ ਅਸੀਂ ਕਰਾਂਗੇ ਸੈਗਮੈਂਟੇਸ਼ਨ। ਸੈਗਮੈਂਟੇਸ਼ਨ ਇਜ਼ ਦ ਡਿਵੀਜ਼ਨ ਆਫ ਐਨੀਮਲ ਬੋਡੀ ਇਨਟੂ ਦ ਸੀਰੀਜ਼ ਆਫ ਰੈਪੀਟੇਟਿਵ ਸੈਗਮੈਂਟਸ। ਇਹਦੇ ਵਿੱਚ ਇੱਕੋ ਜਿਹੇ ਰੈਪੀਟੇਟਿਵ ਸੈਗਮੈਂਟ ਸਾਨੂੰ ਦੇਖਣ ਨੂੰ ਮਿਲਦੇ ਆ। ਸੈਗਮੈਂਟੇਸ਼ਨ ਆਪਾਂ ਕਹਿ ਦਿੰਦੇ ਆ ਰਿਪੀਟ ਹੁੰਦੇ ਰਹਿੰਦੇ ਆ। ਸੈਗਮੈਂਟ ਮੀਨਸ ਸੀਰੀਜ਼ ਆਫ ਰੈਪੀਟੇਟਿਵ ਸੈਗਮੈਂਟ। ਸੈਗਮੈਂਟੇਸ਼ਨਸ ਨੂੰ ਆਪਾਂ ਮੈਟਾਮੈਰਿਜ਼ਮਸ ਵੀ ਕਹਿ ਦਿੰਦੇ ਆ। ਸੈਗਮੈਂਟੇਸ਼ਨਸ ਜਾਂ ਕਹਿ ਲਓ ਕਿ ਮੈਟਾਮੈਰਿਜ਼ਮ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਟਰੂ ਜਿਸ ਨੂੰ ਆਪਾਂ ਮੈਟਾਮੈਰਿਕ ਬੋਲਦੇ ਹਾਂ ਅਤੇ ਦੂਸਰੀ ਹੁੰਦੀ ਹੈ ਫਾਲਸ ਜਿਸ ਨੂੰ ਆਪਾਂ ਸੂਡੋ ਮੈਟਾਮੈਰਿਕ ਕਹਿ ਦਿੰਦੇ ਹਾਂ। ਦੇਖੋ ਜੀ ਮੈਟਾਮੈਰਿਕ ਸੈਗਮੈਂਟੇਸ਼ਨ ਟਰੂ ਸੈਗਮੈਂਟੇਸ਼ਨਸ ਜੋ ਹੁੰਦੀ ਹੈ ਸਾਨੂੰ ਅਰਥਵਰਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਬੋਡੀ ਐਕਸਟਰਨਲੀ ਤਾਂ ਡਿਵਾਈਡ ਹੁੰਦੀ ਹੈ ਸੈਗਮੈਂਟਸ ਦੇ ਵਿੱਚ ਔਰ ਇੰਟਰਨਲੀ ਵੀ ਡਿਵਾਈਡ ਹੁੰਦੀ ਹੈ ਬੋਡੀ ਸੈਗਮੈਂਟ ਦੇ ਵਿੱਚ ਵਿਦ ਅ ਸੀਰੀਜ਼ ਆਫ ਰੈਪੀਟੇਸ਼ਨ ਆਰਗਨ। ਔਰ ਨਾਲ ਦੀ ਨਾਲ ਔਰ ਜੋ ਆਰਗਨ ਹੈ ਇੱਕ ਸੈਗਮੈਂਟ ਦੇ ਵਿੱਚ ਪਾਏ ਜਾਂਦੇ ਆ ਉਹੀ ਆਰਗਨ ਦੂਸਰੇ ਸੈਗਮੈਂਟਸ ਦੇ ਵਿੱਚ ਵੀ ਪਾਏ ਜਾਂਦੇ ਨੇ। ਮੀਨਸ ਕਿ ਰਿਪੀਟੀਸ਼ਨ ਹੁੰਦਾ ਹੈ ਕੁਝ ਆਰਗਨਸ ਦਾ ਵੀ। ਇਹਨਾਂ ਨੂੰ ਮੈਟਾਮੈਰਿਕ ਸੈਗਮੈਂਟੇਸ਼ਨ ਕਹਿ ਦਿੰਦੇ ਨੇ ਔਰ ਇਹ ਜੋ ਫਿਨੋਮੀਨਾ ਹੈ ਇਸ ਨੂੰ ਮੈਟਾਮੈਰਿਜ਼ਮ ਕਹਿ ਦਿੰਦੇ ਆ। ਹੁਣ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਮੈਟਾਮੈਰਿਕ ਸੈਗਮੈਂਟੇਸ਼ਨ ਅਰਥਵਰਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅਰਥਵਰਮ ਕਿਹਦੇ ਨਾਲ ਬਿਲੋਂਗ ਕਰਦਾ ਹੈ? ਫਾਈਲਮ ਐਨੀਲਿਡਾ ਦੇ ਨਾਲ, ਜਿਹਦੇ ਵਿੱਚ ਐਕਸਟਰਨਲ ਔਰ ਇੰਟਰਨਲ ਦੋਨੇ ਤਰ੍ਹਾਂ ਦੀ ਸੈਗਮੈਂਟੇਸ਼ਨ ਦੇਖਣ ਨੂੰ ਮਿਲਦੀ ਹੈ। ਆਰਥਰੋਪੋਡਾ ਔਰ ਕੌਰਡੇਟਾ ਦੇ ਵਿੱਚ ਵੀ ਮੈਟਾਮੈਰਿਕ ਸੈਗਮੈਂਟੇਸ਼ਨ ਦੇਖਣ ਨੂੰ ਮਿਲਦੀ ਹੈ, ਪਰ ਆਰਥਰੋਪੋਡਾ ਦੇ ਵਿੱਚ ਸਿਰਫ ਐਕਸਟਰਨਲ ਮੈਟਾਮੈਰਿਜ਼ਮ ਦੇਖਣ ਨੂੰ ਮਿਲਦੀ ਹੈ ਔਰ ਕੌਰਡੇਟਾ ਦੇ ਵਿੱਚ ਇੰਟਰਨਲ ਮੈਟਾਮੈਰਿਜ਼ਮ ਦੇਖਣ ਨੂੰ ਮਿਲਦੀ ਹੈ। ਇਹ ਤੁਸੀਂ ਯਾਦ ਰੱਖ ਲੈਣਾ, ਇਹ ਇੰਪੋਰਟੈਂਟ ਹੈ ਜੀ, ਦੋਨੇ ਹੀ ਇੰਪੋਰਟੈਂਟ ਹੈ, ਟਰੂ ਔਰ ਫਾਲਸ ਸੈਗਮੈਂਟੇਸ਼ਨ। ਹਾਂਜੀ, ਫਾਲਸ ਔਰ ਸੂਡੋ ਮੈਟਾਮੈਰਿਕ ਸੈਗਮੈਂਟੇਸ਼ਨ ਕੀ ਹੈ? ਸੈਗਮੈਂਟੇਸ਼ਨ ਇਜ਼ ਨਾਟ ਫॉर्म ਐम्ब्रियोनिक ਓਰੀਜਨ ਐਂਡ ਓਕਰ ਆਫਟਰ ਦਾ ਬਰਥ। ਮੀਨਸ ਕਿ ਐम्ब्रियोनल ਸਟੇजेस ਦੇ ਵਿੱਚ ਇਹ ਸੈਗਮੈਂਟੇਸ਼ਨ ਦੇਖਣ ਨੂੰ ਨਹੀਂ ਮਿਲਦੀ ਔਰ ਆਫਟਰ ਦਾ ਬਰਥ ਇਹ ਸੈਗਮੈਂਟੇਸ਼ਨ ਦੇਖਣ ਨੂੰ ਮਿਲਦੀ ਹੈ। ਇਹਦੀ ਐਗਜ਼ਾਮਪਲ ਆ ਜਾਂਦੀ ਹੈ ਟੇਪਵਰਮ, ਜੋ ਕਿ ਫਾਈਲਮ ਪਲੈਟੀਹੈਲਮੈਂਟਸ ਦੇ ਨਾਲ ਬਿਲੋਂਗ ਕਰਦਾ। ਦੇਖੋ ਟੇਪਵਰਮ ਦਿਖਣ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੁੰਦਾ। ਸਕੋਲੈਕਸ ਮੀਨਸ ਹੈਡ, ਇਸ ਦਾ ਹੈਡ ਹੁੰਦਾ ਹੈ। ਮੈਚੁਰ ਪ੍ਰੋਗਲੋਟਿਡਸ ਹੁੰਦੇ ਨੇ ਔਰ ਦੀਜ਼ ਆਰ ਦਾ ਗ੍ਰੈਵਿਡ ਪ੍ਰੋਗਲੋਟਿਡਸ ਜੋ ਕਿ ਸ਼ੈੱਡ ਹੋ ਜਾਂਦੇ ਨੇ ਪ੍ਰੋਗਲੋਟਿਡਸ। ਇਹ ਵਾਲੀ ਜੋ ਸੈਗਮੈਂਟੇਸ਼ਨ ਹੈ ਇਹਨੂੰ ਸੂਡੋ ਮੈਟਾਮੈਰਿਕ ਸੈਗਮੈਂਟੇਸ਼ਨ ਕਹਿੰਦੇ ਆ। ਇਹ ਸੈਗਮੈਂਟੇਸ਼ਨਸ ਆਫਟਰ ਬਰਥ ਦੇਖਣ ਨੂੰ ਮਿਲਦੀ ਹੈ। ਐम्ब्रियोनिक ਓਰੀਜਨ ਦੇ ਦੌਰਾਨ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਨੈਕਸਟ ਹੈ ਜੀ ਨੋਟੋਕੌਰਡ। ਨੋਟੋਕੌਰਡ ਦਾ ਵੀ ਮੀਜ਼ੋਡਰਮਲ ਓਰੀਜਨ ਹੀ ਹੁੰਦਾ ਹੈ। ਮੀਜ਼ੋਡਰਮਲੀ ਡਰਾਈਵਡ ਰੋਡ ਲਾਈਕ ਸਟਰਕਚਰਸ ਹੁੰਦੀ ਹੈ ਜੋ ਕਿ ਡੋਰਸਲ ਸਾਈਡ ਦੇ ਉੱਤੇ ਪ੍ਰੈਜ਼ੈਂਟ ਹੁੰਦੀ ਹੈ ਡਿਊਰਿੰਗ ਐम्ब्रियोनिक ਡਿਵੈਲਪਮੈਂਟ ਇਨ ਦੀ ਸਮ ਐਨੀਮਲਸ। ਕੁਝ ਐਨੀਮਲਸ ਦੇ ਵਿੱਚ ਐम्ब्रियोनिक ਡਿਵੈਲਪਮੈਂਟ ਦੇ ਦੌਰਾਨ ਕੀ ਹੁੰਦਾ ਹੈ ਕਿ ਇੱਕ ਰੋਡ ਲਾਈਕ ਸਟਰਕਚਰ ਡੋਰਸਲ ਸਾਈਡ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਕਿ ਨੋਟੋਕੌਰਡ ਕਹਿ ਦਿੰਦੇ ਆ। ਹੁਣ ਨੋਟੋਕੌਰਡ ਦੀ ਪ੍ਰੈਜ਼ੈਂਸ ਆ ਜਾਂ ਐਬਸੈਂਸ ਆ ਇਹਦੇ ਬੇਸ ਤੇ ਆਪਾਂ ਇਹਨੂੰ ਗਰੁੱਪ ਕਰ ਲੈਂਦੇ ਆ। ਗਰੁੱਪ ਕਿਹਦੇ ਵਿੱਚ ਕਰ ਦਿੰਦੇ ਆ? ਕੌਰਡੇਟਸ ਔਰ ਨਾਨ ਕੌਰਡੇਟਸ ਦੇ ਵਿੱਚ।
ਕੌਰਡੇਟਸ ਉਹ ਹੁੰਦੇ ਨੇ ਜੋ ਵਿਦ ਨੋਟੋਕੋਡ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਨੋਟੋਕੋਡ ਪ੍ਰੈਜ਼ੈਂਟ ਹੁੰਦੀ ਹੈ, ਜਿਵੇਂ ਕਿ ਕੌਰਡੇਟਾ। ਨੌਨ ਕੌਰਡੇਟਸ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨੋਟੋਕੋਡ ਐਬਸੈਂਟ ਹੁੰਦੀ ਹੈ, ਜਿਵੇਂ ਕਿ ਪੋਰੀਫੇਰਾ ਤੋਂ ਲੈ ਕੇ ਹੈਮੀਕੌਰਡੇਟਾ ਤੱਕ ਇਹ ਨੋਟੋਕੋਡ ਐਬਸੈਂਟ ਹੁੰਦੀ ਹੈ। ਨੈਕਸਟ ਹੀ ਆਪਾਂ ਸਰਕੂਲੇਟਰੀ ਸਿਸਟਮ ਬਾਰੇ ਪੜਾਂਗੇ। ਹੁਣ ਸਰਕੂਲੇਟਰੀ ਸਿਸਟਮ ਦੇ ਵਿੱਚ ਕੀ ਹੈ ਕਿ ਸਰਕੂਲੇਟਰੀ ਸਿਸਟਮ ਦੋ ਤਰ੍ਹਾਂ ਦਾ ਹੁੰਦਾ, ਓਪਨ ਟਾਈਪ ਐਂਡ ਕਲੋਜ਼ ਟਾਈਪ। ਓਪਨ ਟਾਈਪ ਦੇ ਵਿੱਚ ਕੀ ਹੈ ਕਿ ਬਲੱਡ ਇਜ਼ ਪੰਪ ਆਊਟ ਆਫ ਦੀ ਹਾਰਟ ਟੂ ਆਲ ਦੀ ਸੈੱਲ ਐਂਡ ਟਿਸ਼ੂ ਡਾਇਰੈਕਟਲੀ ਬੀਟ ਇਨ ਇਟ। ਮੀਨਸ ਕੀ ਹੈ ਕਿ ਇਹਦਾ ਕਿ ਜੋ ਹਾਰਟ ਹੁੰਦਾ ਹੈ ਉਹ ਆਸਟੀਆ ਦੁਆਰਾ, ਦੇਖੋ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਇਹ ਹਾਰਟ ਹੈ, ਇਹ ਹਾਰਟ ਦੇ ਵਿੱਚ ਆਸਟੀਆ ਨੇ, ਆਸਟੀਆ ਦੇ ਦੁਆਰਾ ਬਲੱਡ ਅੰਦਰ ਆਉਂਦਾ ਹੈ। ਕਿੱਥੋਂ ਆਉਂਦਾ ਹੈ? ਇਹ ਬੋਡੀ ਕੈਵਿਟੀ ਹੁੰਦੀ ਹੈ, ਇਹ ਜੀ ਸਾਰੀ ਬੋਡੀ ਕੈਵਿਟੀ ਹੈ। ਬੋਡੀ ਕੈਵਿਟੀ ਤੋਂ ਬਲੱਡ ਆਸਟੀਆ ਦੇ ਥਰੂ ਅੰਦਰ ਆਉਂਦਾ ਹੈ ਔਰ ਵੈਸਲਸ ਦੇ ਥਰੂ ਫਿਰ ਇਹ ਅੱਗੇ ਬੋਡੀ ਕੈਵਿਟੀ ਦੇ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਮਤਲਬ ਕਿ ਬਲੱਡ ਜੋ ਹੁੰਦਾ ਹੈ, ਜੋ ਵੀ ਆਰਗਨ ਹੁੰਦੇ ਨੇ ਆਰਗੈਨਿਜ਼ਮਸ ਦੀ ਬੋਡੀ ਦੇ ਵਿੱਚ, ਉਹ ਸਾਰੇ ਬੇਟ ਹੁੰਦੇ ਨੇ, ਮਤਲਬ ਭਿੱਜੇ ਰਹਿੰਦੇ ਨੇ ਬਲੱਡ ਦੇ ਨਾਲ। ਤਾਂ ਓਪਨ ਟਾਈਪ ਸਰਕੂਲੇਟਰੀ ਸਿਸਟਮ ਜੋ ਹੁੰਦਾ ਹੈ, ਇਸ ਦੇ ਵਿੱਚ ਬਲੱਡ ਸਰਕੂਲੇਟਡ ਹੁੰਦਾ ਹੈ ਪਰ ਸੀਰੀਜ਼ ਆਫ ਵੈਸਲਸ ਆਫ ਵੇਰਿੰਗ ਡਾਇਮੀਟਰਸ। एग्जाम्पल आर्टरीज, वेन्स एंड ब्लड कैपिलरीज। जिमें ह्यूमन सर्कुलेटरी सिस्टम है जी, ये एक क्लोज तरह का सर्कुलेटरी सिस्टम है, प्रॉपरली वॉल्स भी प्रेजेंट होंगे ने हार्ट दे, वो वॉल्स जो होंगे ने ओपन एंड क्लोज भी होंगे ने, और प्रॉपर एक सर्कुलेटरी सिस्टम होंदा है। ये नहीं कि ऑर्गनस जो होंगे ने वो पूरी तरह ब्लड दे विच भिजे रहिंदे ने, नहीं जी, ऑर्गन ब्लड दे विच डुब्बे नहीं रहिंदे गे। इहदे विच साडे कोल वेन्स होंदियां ने, आर्टरीज होंदियां ने, कैपिलरीज होंदियां ने क्लोज सर्कुलेटरी सिस्टम दे विच। जे आपां ओपन दी एग्जाम्पल देखिए, ओपन टाइप ऑफ सर्कुलेटरी सिस्टम दे विच साडे कोल आर्थ्रोपोड्स आ जांदे ने, मोलस्क आ जांदे ने, काइनोडर्म्स, हेमीकॉर्डेट्स ते कुछ लोअर कॉर्डेट्स लाइक ट्यूनिकेट्स आ जांदे ने। और ओपन टाइप सर्कुलेटरी सिस्टम दी आपां एग्जाम्पल्स देख लिया। हुण आपां क्लोज टाइप ऑफ सर्कुलेटरी सिस्टम दी एग्जाम्पल्स देख लिए। क्लोज टाइप सर्कुलेटरी सिस्टम दी एग्जाम्पल्स दे विच एनीलिड्स आ जांदे ने। एनीलिड्स दे विच भी एक एक्सैप्शन है, लीचिस। लीचिस दे विच किदां दा सर्कुलेटरी सिस्टम देखण नूं मिलदा है जी, ये तुसीं नोट कर लेना। ओपन टाइप ऑफ सर्कुलेटरी सिस्टम देखण नूं मिलदा है लीचिस दे विच। बाकी एनीलिड फाइलम दे विच पूरे ही सानूं क्लोज टाइप ऑफ सर्कुलेटरी सिस्टम देखण नूं मिलदा है। स्फैलोपोड्स, मोलस्का दे विच भी क्लोज टाइप ऑफ सर्कुलेटरी सिस्टम हुंदा है। ते थर्ड एग्जाम्पल है कॉर्डेट्स, एक्सैप्शनस है। ट्यूनिकेट कॉर्डेट्स दे विच भी सानूं जो सिस्टम है वो क्लोज टाइप देखण नूं मिलदा है, पर इहदे विच भी एग्जाम्पल आ जांदी है कुछ ट्यूनिकेट्स दी, जिन्हां दे विच ओपन टाइप ऑफ सर्कुलेटरी सिस्टम सानूं देखण नूं मिलदा है। नैक्सट जी आपां पढ़ांगे लार्वल स्टेज। हुण लार्वल स्टेज की प्रेजेंस और एबसेंस के उपर आपां कह दिंदे कि डिवेलपमेंट किस तरह की है। डिवेलपमेंट दो तरह की हुंदी है जी, डायरैक्ट डिवेलपमेंट और इनडायरैक्ट डिवेलपमेंट। अगर तो लार्वल स्टेज प्रेजेंट है तो कह दिंदे कि डायरैक्ट डिवेलपमेंट हो रही है। अगर लार्वल स्टेज एबसेंट है तो बोल दिंदे कि डायरैक्ट डिवेलपमेंट हो रही है। ये देखो जी, ये लाइफ साइकिल मैंने बनाया है जैली फिश का। ये लाइफ साइकिल दे विच तुसीं दो लार्वल स्टेजेस देख रहे हो। एक लार्वल स्टेज है प्लैन्यूला लार्वा दी, दिस इज़ अ प्लैन्यूला लार्वा स्टेज। एक है एफायरा लार्वा स्टेज। तो जिस विच लार्वल स्टेजिस आ जांदियां ने, लार्वल स्टेजिस प्रेजेंट हुंदियां ने, वो किहड़ी डिवेलपमेंट हुंदी है? वो इनडायरैक्ट डिवेलपमेंट हुंदी है। सो देखो पॉलिप तो पॉलिप दे विच बडिंग हुंदी है, बडिंग होके एक एफायरा लार्वा फॉर्मेशन हुंदी है। वो फायरा लार्वाज तो एक अडल्ट मेड्यूसा फेज की डिवेलपमेंट होंदी है। उस तो बाद फिर प्लैन्यूला लार्वास की फॉर्मेशन होंदी है, फिर पॉलिप्स की फॉर्मेशन होंदी है। एक लाइफ साइकिल होंदा है जिस विच लार्वल स्टेजिस प्रेजेंट होंदी है। ये तुसीं याद रखना, जिस विच लार्वल स्टेजिस प्रेजेंट होंदी है वो डिवेलपमेंट किद्दां दी होंदी है? इनडायरैक्ट डिवेलपमेंट होंदी है। ये जी अपने अगे जो आपां फाइलम्स नूं डिटेल विच स्टडी करांगे उदों अपने काम आवेगा, उदों तुसीं याद रख लेना जिस विच लार्वल स्टेज प्रेजेंट होंदी है वो इनडायरैक्ट डिवेलपमेंट होंदी है। नैक्सट एक लाइफ साइकिल टर्टल का शो किया गया है मेरे द्वारा, जिस विच देखो कि एग होंदे ने, जो एग हैच करते हैं तो विचों एक हैचलिंग निकलता है जो कि बिल्कुल जूवीनाइल की तरह दिखता है। और वो हैचलिंग जो होंदा है यूवीनाइल की तरह, ये लार्वा नहीं होंदा जी, ये तुसीं याद रखना, ये हैचलिंग होंदा जो कि यूवीनाइल की तरह दिखता है। यूवीनाइल होंदा है यंग वन जो कि अडल्ट दे विच कन्वर्ट हो जाता है, फिर अडल्ट जो होंदा है वो एग ले करता है, फिर हैचलिंग होंदा है तो फिर यूवीनाइल स्टेज होंदी है, फिर अडल्ट होंदा है। लाइफ साइकिल है टर्टल का। तुसीं इस विच देख रहे हो किते भी लार्वल स्टेजिस प्रेजेंट नहीं, तो आपां कीता है कि जिस विच लार्वल स्टेज एबसेंट होंदी है वो डिवेलपमेंट किहड़ी होंदी है? वो डिवेलपमेंट डायरैक्ट डिवेलपमेंट होंदी है।
नेक्स्ट है जी एम्ब्रियोनिक डेवलपमेंट ऑन बेसिस ऑफ फेट ऑफ ब्लास्टोपोर एनिमल्स कैन बी डिवाइडेड इनटू टू कैटेगरी। एनिमल्स दो तरह के होंगे, प्रोटियोस्टोमीएट और ड्यूटीरोस्टोमीएट। जो प्रोटोस्टोमीएट होंगे ने, प्रोटोस्टोमीएट किहड़े होंगे ने, देखो ये डायग्राम देखो हुण, पहला ये वाली डायग्राम देखो जिस भी तुहानूं ब्लास्टोपोर नज़र आ रहा है। जिस साइड ब्लास्टोपोर हुंदा है, अगर उस साइड तो ही माउथ की फॉर्मेशन हो जाती है, उसनूं की कहंदे आ, उहनूं बोलदे आ प्रोटोस्टोमीएट। जिस साइड ब्लास्टोपोर हुंदा है तो उसे ही साइड अगर माउथ बन जाता है तो उसनूं बोल दिंदे आ प्रोटोस्टोमीएट। हुण ड्यूटीरोस्टोमीएट दे विच देख लो, जिस साइड ब्लास्टोपोर हुंदा है उस साइड अगर एनस फॉर्मेशन हो जाती है अते माउथ उसके ओपोजिट साइड फॉर्म हो जाता है तो उसनूं ड्यूटीरोस्टोमीएट कह दिंदे ने। हुण दोनों दे विच डिफरेंस देख लो, जिस साइड ब्लास्टोपोर हुंदा है अगर उस साइड माउथ फॉर्मेशन हो जाती है तो वो हुंदे आ प्रोटोस्टोमीएट। जिस साइड ब्लास्टोपोर हुंदा है अगर उस साइड एनस फॉर्मेशन हो जाती है तो वो हुंदे ने ड्यूटीरोस्टोमीएट। तो आप इसनूं इस तरह ही डिफरेंशिएट करते हैं। तुसीं डेफिनेशन भी लिख लो कि एनीमल इन विच माउथ इज़ फॉर्मेड फस्ट, जिस विच माउथ ब्लास्टोपोर तो पहला बनता है उसनूं की कह दिंदे आपां माउथ, मतलब माउथ पहला बनता है तो उसनूं आपां की बोल दिंदे आ, प्रोटोस्टोमीएट बोल दिंदे आ। एनीमल जिस दे विच एनस सब तो पहला बनती है ब्लास्टोपोर तो, एनस फॉर्मेशन होंदी है तो उन्होंने आपां ड्यूटीरोस्टोमीएट बोल दिंदे आ। हुण एग्जाम्पल्स की है प्रोटोस्टोमीएट की, एग्जाम्पल आ जाती है प्लेटीहेलमिन्थस तो लैके मलस्का तक के प्रोटोस्टोमीएट होंदे ने। ड्यूटीरोस्टोमीएट किहड़े होंदे ने, इकाइनोडर्मिड्स, हेमिकॉर्डेट्स और कॉर्डेट। उम्मीद है कि तुहानूं अज दा लैक्चर बहुत ज़्यादा पसंद आया होएगा। अगर तुहानूं अज दा लैक्चर पसंद आया तो लाइक शेयर सबसक्राइब कर देना, तां जो कि आने वाली वीडियोज़ की नोटिफिकेशन तुहानूं समय सिर मिलती रहे। चलो जी, मिलते हैं नैक्सट वीडियो दे विच नवे टॉपिक दे नाल। अज लई धन्नवाद।